बच्चों, अज आपां शेयर कैपिटल के अंदर नवा टॉपिक करन जा रहे हैं रीइशू ऑफ शेयर्स। रीइशू ऑफ शेयर्स एक सैपरेट तां बनाई जा रही है ये वीडियो क्योंकि थोड़ा कन्फ्यूजिंग आ। जो कि आपां फोरफीट किए हुए शेयर्स एट प्रीमियम ते इशू करते हैं या एट पार ते करते हैं या डिस्काउंट रेट ते आपां रीइशू करते हैं। सो ये चीज़ किवें हुंदी है, ਆਪਾਂ ਉਹਦੀਆਂ ਜਨਰਲ ਐਂਟਰੀਜ਼ ਕਿਵੇਂ ਐਡਜਸਟ ਕੀਤੇ ਜਾਂਦੇ ਆ, ਸੋ ਆਪਾਂ ਅੱਜ ਉਹਦੇ ਬਾਰੇ ਗੱਲ ਕਰਾਂਗੇ। ਸੋ ਉਹਦੇ ਲਈ ਇੱਕ ਕੁਐਸਚਨ ਲਿਆ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਸਮਝ ਸਕੀਏ। XYZ ਲਿਮਟਿਡ ਕੰਪਨੀ ਆ ਜਿਹਦੇ ਫੋਰਫੀਟ ਕੀਤੇ 500 ਇਕੁਇਟੀ ਸ਼ੇਅਰਸ 100 ਰੁਪੀਸ ਈਚ, ਜਿਹੜੇ ਕਿ ਇਸ਼ੂ ਕੀਤੇ ਗਏ ਸੀ ਇਸ਼ੂਡ ਐਟ 10% ਪ੍ਰੀਮੀਅਮ। ਕਹਿਣ ਦਾ ਮਤਲਬ 100 ਰੁਪਏ ਦੇ ਉੱਪਰ 10% ਲਗਾਉਂਗੇ ਤਾਂ 110 ਰੁਪਏ ਦੇ ਆਪਾਂ ਰੀਇਸ਼ੂ ਕੀਤੇ ਸੀ, ਔਨ ਵਿਚ ਅਲੋਟਮੈਂਟ ਮਨੀ 30 ਪ੍ਰੀਮੀਅਮ ਐਂਡ ਫਸਟ ਕਾਲ 30 ਪਰ ਸ਼ੇਅਰ ਵਰ ਨਾਟ ਰਿਸੀਵਡ। ਕਹਿੰਦਾ 500 ਸ਼ੇਅਰਸ ਜਿਹੜੇ ਆਪਾਂ ਇਸ਼ੂ ਕੀਤੇ ਸੀ ਉਹ ਕੀ ਆਪਾਂ ਉਹਨਾਂ ਦੀ ਨਾ ਤਾਂ ਅਲੋਟਮੈਂਟ ਰਿਸੀਵ ਕੀਤੀ ਨਾ ਹੀ ਫਸਟ ਕਾਲ ਰਿਸੀਵ ਕੀਤੀ, ਐਂਡ ਸੈਕੰਡ ਕਾਲ ਆਫ 20 ਪਰ ਸ਼ੇਅਰ ਨਾਟ ਯੈਟ ਕਾਲਡ। 20 ਰੁਪਏ ਤਾਂ ਮੰਗਵਾਏ ਨਹੀਂ ਸੀ, ਆਪਾਂ ਕਹਿ ਨਹੀਂ ਸਕਦੇ ਕਿ ਸਾਨੂੰ ਆਉਣਗੇ ਜਾਂ ਨਹੀਂ ਆਏ। ਸੋ ਬੱਚੇ ਇਹ ਕੁਐਸਚਨ ਇੱਥੇ ਤਾਂ ਫੋਰਫੀਟ ਦੀ ਐਂਟਰੀ ਪਊਗੀ। ਨੈਕਸਟ ਥੱਲੇ ਇੱਕ ਕੇਸਿਸ ਮੈਂ ਤਿੰਨ ਅਲੱਗ-ਅਲੱਗ ਲਏ ਆ। ਕਹਿੰਦਾ ਆ ਚੀਜ਼ ਸਮਝ ਕੇ ਕਿ ਆਪਾਂ 500 ਸ਼ੇਅਰ ਸੀਗੇ ਕਿਸੇ ਪਰਸਨ ਨੂੰ ਇਸ਼ੂ ਕੀਤੇ ਹੋਏ, ਉਹ ਬੰਦੇ ਨੇ ਸਿਰਫ ਐਪਲੀਕੇਸ਼ਨ ਅਮਾਊਂਟ ਪੇ ਕੀਤੀ, ਨਾ ਤਾਂ ਫਸਟ ਕਾਲ ਕੀਤੀ ਨਾ ਹੀ ਅਲੋਟਮੈਂਟ, ਤੇ ਆਪਾਂ ਜਿਹੜੀ ਸੈਕਿੰਡ ਕਾਲ ਆ ਉਹ ਆਪਾਂ ਹੀ ਹਜੇ ਕਾਲ ਹੀ ਨਹੀਂ ਕੀਤੀ। ਕਲੀਅਰ ਬੱਚੇ। ਸੋ ਨੈਕਸਟ ਇਹਦੇ ਅੰਦਰ ਤਿੰਨ ਕੇਸਿਸ ਲਏ, ਰੀਡ ਆਊਟ ਕਰਦੇ ਹੋਏ ਇੱਕ ਇੱਕ ਕਰਕੇ ਸਮਝਾਂਗੇ। ਇਫ 200 ਸ਼ੇਅਰਸ ਆਫ ਥੀਸ ਸ਼ੇਅਰਸ, ਮਤਲਬ ਕਹਿੰਦਾ 500 ਸ਼ੇਅਰਸ ਦੇ ਵਿੱਚੋਂ 200 ਸ਼ੇਅਰ ਕੀ ਆਪਾਂ ਰੀਇਸ਼ੂ ਕੀਤੇ ਐਜ਼ 80 ਰੁਪੀਸ ਪੇਡ ਅਪ ਫॉर 90 ਪਰ ਸ਼ੇਅਰ। ਕਹਿੰਦਾ 80 ਰੁਪਏ ਉਹਨਾਂ ਦੀ ਪੇਡ ਅਪ ਵੈਲਿਊ ਸੀਗੀ ਔਰ ਆਪਾਂ 90 ਰੁਪੀਸ ਆਪਾਂ ਰਿਸੀਵ ਕੀਤੇ। ਕਹਿਣ ਦਾ ਮਤਲਬ ਕਿ ਇਹਦੇ ਵਿੱਚ 10 ਰੁਪਏ ਆਪਾਂ ਪੇਡ ਅਪ 10 ਰੁਪੀਸ 80 ਰੁਪੀਸ ਸੀਗੇ ਤੇ ਜਿਹੜੇ 90 ਪਰ ਸ਼ੇਅਰ ਆਪਾਂ ਇਸ਼ੂ ਕੀਤੇ, ਸੋ ਆਪਣੇ 10 ਰੁਪਏ ਕੀ ਹੋ ਗਿਆ, ਪ੍ਰੀਮੀਅਮ ਹੋ ਗਿਆ ਬੱਚੇ। ਨੈਕਸਟ ਇਹ ਇੱਕ ਇਸ ਨੂੰ ਨਾ ਆਪਾਂ ਥੋੜਾ ਡੀਪਲੀ ਕਰ ਲਈਏ ਬੱਚੇ, ਇਸ ਚੀਜ਼ ਨੂੰ ਸਮਝੋ। ਉਸ ਕਿ ਇਸ ਕੁਐਸਚਨ ਦੇ ਅੰਦਰ ਜਿਹੜੇ 100 ਰੁਪਏ 500 ਸ਼ੇਅਰਸ ਦੀ ਗੱਲ ਸੀਗੀ, ਇਹਨੂੰ ਆਪਾਂ ਕੰਪਲੀਟ ਕਰਦੇ ਹਾਂ। 500 ਸ਼ੇਅਰ ਸੀ 100 ਰੁਪਏ ਦੇ ਹਿਸਾਬ ਨਾਲ ਇਸ਼ੂ ਕੀਤੇ, 10 ਰੁਪਏ ਪ੍ਰੀਮੀਅਮ। ਮੈਂ ਥੱਲੇ ਐਂਟਰੀ ਲਿਖ ਲਈ ਹੈ ਕਿ ਐਪਲੀਕੇਸ਼ਨ ਅਮਾਊਂਟ 30 ਰੁਪਏ ਸੀ, ਅਲੋਟਮੈਂਟ 20 ਪਲੱਸ 10 ਦੈਨ ਆਹ। ਬੱਚੇ ਇੱਥੇ ਨਾ ਜਦੋਂ ਰੀਇਸ਼ੂ ਸ਼ੇਅਰ ਕਰਨੇ ਨਾ ਆਪਾਂ ਨੂੰ ਦੋ ਚੀਜ਼ਾਂ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ, ਇੱਕ ਤਾਂ ਕਾਲਡ ਅਪ ਤੇ ਇੱਕ ਪੇਡ ਅਪ। ਜਿਹੜੇ 500 ਸ਼ੇਅਰ ਸੀਗੇ ਬੱਚੇ ਉਹਨਾਂ ਦੇ ਵਿੱਚ ਉਹ ਕਹਿੰਦਾ ਸੈਕਿੰਡ ਕਾਲ ਤਾਂ ਆਪਾਂ ਮੰਗਵਾਈ ਨਹੀਂ ਮੀਨਸ ਇਹਦੀ ਤਾਂ ਕਾਲ ਹੀ ਨਹੀਂ ਕੀਤੀ। ਜੇ ਕਾਲ ਹੀ ਨਹੀਂ ਕੀਤੀ ਸੋ ਇਹ ਪੇਡ ਅਪ ਵੀ ਨਹੀਂ ਹੋਊਗੀ। ਸੋ ਆਪਾਂ ਕਾਲ ਕੀਤੀ ਸੀ, ਆਪਣੀ ਕਾਲਡ ਅਪ ਵੈਲਿਊ ਕਿੰਨੀ ਆ 80 ਪਰ ਸ਼ੇਅਰ। ਆ 10 ਨਹੀਂ ਲੈਣਾ, 10 ਤਾਂ ਪ੍ਰੀਮੀਅਮ ਬੱਚੇ। ਜੇ ਤੁਸੀਂ ਇਹਦਾ ਟੋਟਲ ਕਰੋਗੇ 30 60 20 80 ਰੁਪਏ ਪਰ ਸ਼ੇਅਰ। ਮਤਲਬ ਜਿਹੜੇ 500 ਸ਼ੇਅਰਸ ਆਪਾਂ ਫੋਰਫੀਟ ਕਰਨ ਜਾ ਰਹੇ ਆ ਉਹਨਾਂ ਦੀ ਜਿਹੜੀ ਕਾਲਡ ਅਪ ਵੈਲਿਊ ਸੀ 80 ਰੁਪਏ ਸੀਗੀ, ਉਹਨਾਂ ਨੂੰ ਪੇ ਆਊਟ ਸਿਰਫ ਉਹਦੀ ਐਪਲੀਕੇਸ਼ਨ ਅਮਾਊਂਟ ਆਈ ਆ ਪੇਡ ਅਪ। ਕਾਲਡ ਅਪ ਤੇ ਪੇਡ ਅਪ ਦੇ ਵਿੱਚ ਫਰਕ ਸਮਝੋ। ਕਾਲਡ ਅਪ ਹੁੰਦਾ ਕਿ ਕੰਪਨੀ ਕੋਲ ਤੋਂ ਕਾਲ ਕਰਕੇ ਪੈਸਾ ਮੰਗਵਾਉਂਦੀ ਹੈ, ਪੇਡ ਅਪ ਹੁੰਦਾ ਕਿ ਜਿੰਨੇ ਪਰਸਨਸ ਨੇ ਪੈਸੇ ਪੇ ਆਊਟ ਕਰਤੇ। ਕਲੀਅਰ ਬੱਚੇ। ਆ ਕੀ ਹੋਇਆ, ਇਹ ਅਨਕਾਲਡ ਅਪ ਹੋਈ, ਇਹ ਅਨਕਾਲਡ, ਇਹਦੀ ਤਾਂ ਕੋਈ ਵੈਲਿਊ ਨਹੀਂ। ਇਹ ਤਾਂ ਇਹ ਮਤਲਬ ਆਪਣੇ ਕੁਐਸਚਨ 'ਚ ਇਨਵੋਲਵ ਹੀ ਨਹੀਂ ਹੋਗਾ। ਜੇ ਕਾਲ ਹੀ ਨਹੀਂ ਕੀਤਾ ਆਪਾਂ ਜਨਰਲ ਐਂਟਰੀ ਪਾਵਾਂਗੇ, ਜਦੋਂ ਕਾਲ ਕਰਾਂਗੇ ਉਦੋਂ ਜਨਰਲ ਐਂਟਰੀ ਆ ਜੂਗੀ। ਸੋ ਇੱਥੇ ਗੱਲ ਕਰਨੀ ਆ 500 ਸ਼ੇਅਰਸ ਦੀ 80 ਰੁਪਏ ਦੇ ਹਿਸਾਬ ਨਾਲ, ਨਾ ਕਿ 100 ਰੁਪਏ ਦੇ ਹਿਸਾਬ ਨਾਲ, ਕਿਉਂਕਿ 20 ਰੁਪਏ ਤਾਂ ਆਪਾਂ ਮੰਗਵਾਏ ਹੀ ਨਹੀਂ। ਕਾਲ ਕਰਨ ਤੋਂ ਪਹਿਲਾਂ ਹੀ ਆਪਾਂ ਕੀ ਆ ਫੋਰਫੀਟ ਕਰ ਲਏ ਸੈਕਿੰਡ ਕਾਲ। ਸੋ ਫਸਟ ਕੇਸ ਕੀ ਕਹਿੰਦਾ, ਹੁਣ ਧਿਆਨ ਨਾਲ ਸਮਝੋ। ਕਹਿੰਦਾ ਜਿਹੜੇ 500 ਸ਼ੇਅਰ ਸੀ ਉਹਨਾਂ ਦੇ ਵਿੱਚੋਂ 200 ਸ਼ੇਅਰਸ ਆਪਾਂ ਰੀਇਸ਼ੂ ਕਰਤੇ ਜਿਨ੍ਹਾਂ ਦੀ ਪੇਡ ਅਪ ਵੈਲਿਊ 80 ਰੁਪਏ ਸੀ ਤੇ ਉਹ ਆਪਾਂ ਨੂੰ 90 ਰੁਪੀਸ ਆ ਗਏ। ਕਹਿਣ ਦਾ ਮਤਲਬ ਕਿ ਆ ਕੀ ਹੋਇਆ, ਐਟ ਪ੍ਰੀਮੀਅਮ ਤੇ ਰੀਇਸ਼ੂ ਹੋਏ ਨੇ ਬੱਚੇ, ਇਸ ਚੀਜ਼ ਨੂੰ ਸਮਝਿਓ। ਨੈਕਸਟ ਇਫ 200 ਸ਼ੇਅਰਸ, ਇਹੀ ਕਹਿੰਦਾ ਮੰਨ ਲਓ 200 ਸ਼ੇਅਰਸ ਹੋਣ ਤੇ ਰੀਇਸ਼ੂ ਕੀਤੇ ਹੁਣ 80 ਰੁਪਏ ਕਾਲਡ ਅਪ ਤੇ 80 ਰੁਪਏ ਆਪਾਂ ਨੂੰ ਆ ਜਾਣ। ਇਹ ਕੀ ਆ, ਐਟ ਪਾਰ ਤੇ 80 ਰੁਪਏ ਦੇ ਸ਼ੇਅਰ ਸੀਗੇ 80 ਆ ਗਏ। ਕਲੀਅਰ ਬੱਚੇ। ਸ਼ੇਅਰਸ ਦੀ ਕੀਮਤ ਆਪਣੀ 80 ਰੁਪਏ ਸੀ, 100 ਤਾਂ ਕਹਿ ਨਹੀਂ ਸਕਦੇ ਕਿਉਂਕਿ ਹਜੇ ਆਪਾਂ 20 ਰੁਪਏ ਮੰਗਵਾਏ ਹੀ ਨਹੀਂ। ਸੋ 80 ਰੁਪਏ ਸੀ, 80 ਰੁਪਏ ਹੀ ਆਪਾਂ ਨੂੰ ਆ ਗਏ, ਐਟ ਪ੍ਰੀਮੀਅਮ ਤੇ ਹੋ ਗਏ। ਕਹਿੰਦਾ ਇਫ ਦਾ 200 ਸ਼ੇਅਰਸ ਵਰ ਰੁਪੀਸ 80 ਪੇਡ ਅਪ ਨੇ ਔਰ ਆਪਾਂ ਨੂੰ ਕਿੰਨੇ ਆਏ ਬੱਚੇ, ਆਪਾਂ ਨੂੰ ਇਹਨਾਂ ਦੀ ਕੀਮਤ ਕਿੰਨੀ ਆਈ ਆ 70 ਰੁਪਏ। ਇਸ ਚੀਜ਼ ਨੂੰ ਸਮਝੋ। ਜੇ ਆਪਾਂ ਨੂੰ ਇਹ 70 ਰੁਪਏ ਆਏ ਆ ਦੈਟ ਮੀਨਸ ਆਪਾਂ ਨੂੰ ਕਿਤੇ ਨਾ ਕਿਤੇ ਡਿਸਕਾਊਂਟ ਦੇਣਾ ਪੈ ਗਿਆ ਜਿਹੜੇ ਦੁਬਾਰਾ ਇਸ਼ੂ ਸ਼ੇਅਰ ਕਰਨ ਦੇ ਵਿੱਚ। ਸੋ ਥਰਡ ਕੇਸ ਕੀ ਆ, ਐਟ ਡਿਸਕਾਊਂਟ ਤੇ
जे आप अपने शेयर्स ਨੂੰ ਇਸ਼ੂ ਕਰਦੇ ਹਾਂ। ਕਲੀਅਰ। ਸੋ ਰੀਇਸ਼ੂ ਦੇ ਅੰਦਰ ਆਪਾਂ ਇਹ ਤਿੰਨੇ ਕੇਸਿਸ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੀਆਂ ਐਂਟਰੀਜ਼ ਕਿਵੇਂ ਹੁੰਦੀਆਂ। ਧਿਆਨ ਨਾਲ ਸਮਝੋ ਬੱਚੇ, ਕਨਫਿਊਜ਼ ਨਹੀਂ ਹੋਵੋਗੇ ਕਦੇ ਵੀ। ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਤਾਂ ਫੋਰਫੀਟ ਦੀ ਐਂਟਰੀ ਪਾਉਂਦੇ ਹਾਂ ਕਿ ਜਿਹੜੇ 500 ਸ਼ੇਅਰਸ ਨੇ ਰੀਇਸ਼ੂ ਕੀਤੇ ਉਹ ਫੋਰਫੀਟ ਹੋਏ। ਫੋਰਫੀਟ ਹੋਏ ਬੱਚੇ, ਸੋ ਇਸ ਚੀਜ਼ ਨੂੰ ਸਮਝੋ ਕਿ ਫੋਰਫੀਟ ਹੋਣ ਦੇ ਲਈ ਆਪਾਂ ਨੂੰ ਐਂਟਰੀ ਕੀ ਹੁੰਦੀ ਹੈ, ਇਕੁਇਟੀ ਸ਼ੇਅਰ ਕੈਪੀਟਲ। ਇਕੁਇਟੀ ਸ਼ੇਅਰ ਕੈਪੀਟਲ ਟੂ ਸ਼ੇਅਰ ਫੋਰਫੀਟ ਅਕਾਊਂਟ ਟੂ। ਤੁਸੀਂ ਦੇਖੋ ਫੋਰਫੀਟ ਦੇ ਤੋਂ ਬਾਅਦ ਜਿਹੜੀਆਂ ਕਾਲਸ ਕੀਤੀਆਂ ਹੁੰਦੀਆਂ ਆਪਾਂ ਨੂੰ ਨਹੀਂ ਪੈਸੇ ਆਏ ਹੁੰਦੇ, ਆਪਾਂ ਉਹ ਲਿਖਣੇ ਹੁੰਦੇ ਆ। ਸੋ ਆਪਾਂ ਨੂੰ ਕਿਹੜੇ ਕਿਹੜੇ ਪੈਸੇ ਨਹੀਂ ਆਏ, ਉਹਨੇ ਕਿਹਾ ਵੀ ਅਲਾਟਮੈਂਟ ਵੀ ਫੇਲ ਹੋ ਗਿਆ ਪਰਸਨ ਤੇ ਫਰਸਟ ਕਾਲ ਵੀ ਫੇਲ ਹੋ ਗਿਆ। ਸੈਕੰਡ ਕਾਲ ਤਾਂ ਗੱਲ ਹੀ ਨਹੀਂ ਕਰਨੀ ਕਿਉਂਕਿ ਉਹ ਆਪਾਂ ਰਿਸੀਵ ਨਹੀਂ ਕੀਤੇ। ਸੋ ਇੱਥੇ ਕੀ ਆ ਜਾਊਗਾ ਬੱਚੇ, ਸ਼ੇਅਰ ਅਲਾਟਮੈਂਟ ਐਂਡ ਟੂ ਫਰਸਟ ਕਾਲ, ਇਹ ਆਪਣੀ ਐਂਟਰੀ ਹੋਗੀ। ਬਟ ਇੱਥੇ ਇੱਕ ਚੀਜ਼ ਸਮਝੋ, ਇੱਥੇ ਪ੍ਰੀਮੀਅਮ ਦੀ ਵੀ ਗੱਲ ਹੋਈ ਹੈ। ਹੁਣ ਦੇਖੋ ਮੈਂ ਤੁਹਾਨੂੰ ਲਾਸਟ ਵੀਡੀਓਜ਼ ਦੇ ਵਿੱਚ ਹੀ ਸਮਝਾਇਆ ਸੀ, ਜੇ ਪ੍ਰੀਮੀਅਮ ਰਿਸੀਵ ਹੋ ਗਿਆ ਤਾਂ ਸ਼ੋ ਹੀ ਨਹੀਂ ਕਰਨਾ, ਆਪਾਂ ਹਜਮ ਕਰ ਜਾਣਾ ਕੰਪਨੀ ਨੇ। ਬਟ ਜੇ ਨਹੀਂ ਰਿਸੀਵ ਹੋਇਆ ਤਾਂ ਆਪਾਂ ਕੀ ਆ ਬੱਚੇ, ਸ਼ੋ ਕਰਨਾ ਸਿਕਿਉਰਿਟੀ ਪ੍ਰੀਮੀਅਮ, ਕਿਉਂਕਿ ਆਪਾਂ ਉਹਦੀ ਐਂਟਰੀਜ਼ ਨੂੰ ਖਤਮ ਕਰਨਾ ਹੁੰਦਾ, ਉਹਦੇ ਇਫੈਕਟ ਨੂੰ। ਇਸ ਕਰਕੇ ਆਪਾਂ ਸਿਕਿਉਰਿਟੀ ਪ੍ਰੀਮੀਅਮ ਸ਼ੋ ਕਰਾਂਗੇ। ਸੋ ਇਕੁਇਟੀ ਸ਼ੇਅਰਸ 500 ਦੇ ਨੇ, ਕਿੰਨੇ ਰੁਪਏ ਦੇ ਨਾਲ ਦਿਖਾਵਾਂਗੇ, ਇਹ ਬੜੀ ਇੰਪੋਰਟੈਂਟ ਗੱਲ ਆ। ਜਦੋਂ ਤੱਕ ਆਪਾਂ ਕਾਲਸ ਕੀਤੀਆਂ, ਕਾਲ ਕਦੋਂ ਤੱਕ ਕੀਤੀਆਂ, ਇੱਥੇ ਨੀਚੇ ਦੇਖੋ 30 ਰੁਪਏ ਵੀ ਮੰਗਵਾਏ ਸੀ, 20 ਵੀ ਮੰਗਵਾਏ ਸੀ, 30 ਆ ਵੀ ਮੰਗਵਾਏ ਸੀ ਤੇ ਸੈਕਿੰਡ ਕਾਲ ਤਾਂ ਮੰਗਵਾਈ ਨਹੀਂ। ਔਰ ਇੱਥੇ ਤੱਕ 80 ਰੁਪਏ ਬਣੇ ਸੀ ਕਾਦੇ, ਸ਼ੇਅਰ ਪਰ ਸ਼ੇਅਰ ਕੈਪੀਟਲ ਦੇ। ਸੋ ਇੱਥੇ ਕੱਲੀ ਸ਼ੇਅਰਸ ਦੀ ਕੀਮਤ ਲਿਖਣੀ ਹੁੰਦੀ ਹੈ, ਨਾ ਕਿ ਪ੍ਰੀਮੀਅਮ ਇਨਕਲੂਡ ਕਰਨਾ ਹੁੰਦਾ। ਸੋ ਆਪਾਂ 80 ਰੁਪਏ ਮੰਗਵਾਏ ਸੀ, ਸੋ 80 ਇੱਥੇ ਆ ਜਾਊਗਾ। ਔਰ 500 ਸ਼ੇਅਰਸ ਦਾ ਪ੍ਰੀਮੀਅਮ ਆਪਾਂ ਨੂੰ ਨਹੀਂ ਆਇਆ ਤਾਂ ਆਪਾਂ ਸ਼ੋ ਕਰਨਾ। ਮੈਂ ਬਾਰ-ਬਾਰ ਕਹਿ ਰਿਹਾ, ਜੇ ਨਹੀਂ ਆਇਆ ਤਾਂ ਸ਼ੋ ਕਰਨਾ। ਸੋ ਇੱਥੇ ਤੁਹਾਡੀ ਕੀਮਤ ਕਿੰਨੀ ਆ ਜਾਊਗੀ, 40,000 ਔਰ ਇੱਥੇ ਆ ਜਾਊਗੀ 5,000 ਰੁਪਇਆ। ਚਲੋ ਹੁਣ ਆ ਗਈ ਆਪਾਂ ਨੂੰ ਅਲਾਟਮੈਂਟ ਕਿੰਨੇ ਨਹੀਂ ਰਿਸੀਵ ਹੋਏ, ਫਰਸਟ ਕਾਲ ਕਿੰਨੀ ਨਹੀਂ ਰਿਸੀਵ ਹੋਈ। ਜੇ ਤੁਸੀਂ ਕੁਐਸਚਨਸ ਥੱਲੇ ਦੇਖੋਗੇ ਤਾਂ 20 ਰੁਪਏ ਪਲੱਸ 10 ਰੁਪਏ ਇਹ ਆਪਾਂ ਨੂੰ ਰਿਸੀਵ ਨਹੀਂ ਹੋਏ। ਸੋ ਮੈਂ ਇਧਰਲੇ ਪਾਸੇ ਲਿਖ ਦੇਣਾ ਤੁਹਾਨੂੰ ਸਮਝਣ ਲਈ। 500 ਸ਼ੇਅਰਸ ਦੇ ਜੇ ਤਾਂ ਪ੍ਰੀਮੀਅਮ ਬੱਚੇ ਉੱਪਰ ਸ਼ੋ ਕਰ ਰਹੇ ਆ, ਫਿਰ ਉਹਦਾ ਇਫੈਕਟ ਥੱਲੇ ਵੀ ਦਿਖਾਵਾਂਗੇ। ਆਪਣੀ ਅਲਾਟਮੈਂਟ 30 ਰੁਪਏ ਦੀ ਆ, 20 ਪਲੱਸ 3, ਕਿਉਂਕਿ ਸਿਕਿਉਰਿਟੀ ਵੀ ਮੈਂ ਉੱਪਰ ਦਿਖਾਇਆ ਤਾਂ ਆਪਾਂ ਇੱਥੇ ਵੀ ਦਿਖਾਵਾਂਗੇ। ਸੋ ਇਹ ਹੋ ਜਾਊਗਾ 15,000 ਰੁਪਇਆ। ਔਰ 500 ਸ਼ੇਅਰਸ ਦਾ ਜਿਹੜੀ ਫਰਸਟ ਕਾਲ ਆ ਉਹ ਵੀ 30 ਰੁਪਏ ਦੀ ਆ, ਸੋ ਇਹ ਵੀ 15,000 ਰੁਪਇਆ ਹੋ ਜਾਊਗਾ। ਔਰ ਜਿਹੜੇ ਬਚ ਗਏ ਉਹ ਆਪਣੇ ਕਿੱਥੇ ਆ ਜਾਣਗੇ ਬੱਚੇ, ਫੋਰਫੀਟ ਅਮਾਊਂਟ ਦੇ ਵਿੱਚ। ਔਰ ਜੇ ਤੁਸੀਂ ਕੈਲਕੂਲੇਟ ਵੀ ਕਰਕੇ ਦੇਖੋਗੇ, ਆਪਣੇ ਸਿਰਫ ਐਪਲੀਕੇਸ਼ਨ ਹੀ ਆਈ ਸੀ, ਐਪਲੀਕੇਸ਼ਨ ਦੇ 30 ਰੁਪਏ ਬਣਨਗੇ 500 ਸ਼ੇਅਰਸ ਦੇ ਹਿਸਾਬ ਨਾਲ। ਇਹ ਤੁਸੀਂ ਕੈਲਕੂਲੇਟ ਕਰਕੇ ਵੀ ਲਿਖ ਸਕਦੇ ਹੋ, ਓਵਰਆਲ ਮਾਈਨਸ ਕਰਕੇ ਵੀ ਲਿਖ ਸਕਦੇ ਹੋ ਡੈਬਿਟ ਕ੍ਰੈਡਿਟ ਨੂੰ। ਸੋ ਇਹ ਤੁਹਾਡੇ 15,000 ਜਾਣਗੇ। ਕਲੀਅਰ। ਇਹ ਤਾਂ ਸੀਗੀ ਫੋਰਫੀਟ ਦੀ ਐਂਟਰੀ। ਹੁਣ ਆਪਾਂ ਕਰਨਾ ਰੀਇਸ਼ੂ ਦੀ। ਰੀਇਸ਼ੂ ਮੈਂ ਇੱਥੇ ਤੁਹਾਨੂੰ ਇੱਕ ਥੋੜਾ ਜਿਹਾ ਵਰਕਿੰਗ ਨੋਟ ਦਿਖਾਉਂਗਾ, ਬੜਾ ਇੰਪੋਰਟੈਂਟ ਆ ਉਹ। ਬੱਚੋ ਵਰਕਿੰਗ ਨੋਟ ਸਹੀ ਬਣ ਗਿਆ ਰੀਇਸ਼ੂ ਦਾ ਤਾਂ ਤੁਹਾਡਾ ਕੁਐਸਚਨ ਸੋਲਵ ਹੋ ਜਾਊਗਾ, ਕਿਉਂਕਿ ਮੋਸਟਲੀ ਬੱਚੇ ਇੱਥੇ ਹੀ ਕਨਫਿਊਜ਼ ਹੁੰਦੇ। ਇਸ ਚੀਜ਼ ਨੂੰ ਸਮਝੋ। ਹੁਣ ਦੇਖੋ ਦੋ ਗੱਲਾਂ ਨੇ, ਜਾਂ ਤਾਂ 500 ਸ਼ੇਅਰਸ ਦੇ ਉਹ 500 ਸ਼ੇਅਰ ਹੀ ਇਸ਼ੂ ਕਰ ਦਿੰਦਾ, ਫਿਰ ਤਾਂ ਕਹਾਣੀ ਖਤਮ ਸੀ, ਫਿਰ ਆਪਣਾ ਵਰਕਿੰਗ ਨੋਟ ਬਹੁਤ ਛੋਟਾ ਬਣਦਾ। ਬਟ ਹੁਣ ਕੀ ਹੋਇਆ, 500 ਸ਼ੇਅਰਸ ਦੇ ਵਿੱਚੋਂ ਨੇ 200 ਸ਼ੇਅਰਸ ਰੀਇਸ਼ੂ ਕੀਤੇ। 500 ਸ਼ੇਅਰਸ ਦੇ ਵਿੱਚੋਂ 200 ਸ਼ੇਅਰਸ ਰੀਇਸ਼ੂ ਕੀਤੇ। ਹੁਣ ਮੈਂ ਇੱਥੇ ਇੱਕ ਚੀਜ਼ ਲਿਖਣ ਲੱਗਿਆ ਕਿ ਆਪਣੇ ਜਿਹੜੇ ਸ਼ੇਅਰਸ ਸੀਗੇ ਫੋਰਫੀਟ ਕੀਤੇ ਉਹ 500 ਸੀ। ਧਿਆਨ ਨਾਲ ਸਮਝੋ ਬੱਚੇ ਇਸ ਚੀਜ਼ ਨੂੰ। ਔਰ ਉਹਨਾਂ ਦੀ ਜਿਹੜੀ ਅਮਾਉਂਟ ਸੀ 500 ਸ਼ੇਅਰਸ ਦੀ ਜੋ ਆਪਾਂ ਫੋਰਫੀਟ ਕੀਤੀ ਸੀ ਉਹ ਆ ਰਹੀ 15,000। ਸੋ ਆਪਾਂ 500 ਸ਼ੇਅਰਸ ਜਿਹੜੇ ਫੋਰਫੀਟ ਕੀਤੇ, ਮਤਲਬ ਕੰਪਨੀ ਨੇ ਦੱਬ ਲਏ ਪੈਸੇ ਕਹਿ ਲਓ, ਤਾਂ ਉਹ 15,000 ਰੁਪਇਆ ਕੰਪਨੀ ਨੇ ਆਪਣੇ ਕੋਲੇ ਰੱਖ ਲਿਆ। ਵਾਪਿਸ ਤਾਂ ਨਹੀਂ ਕੀਤਾ, 15,000 ਰੁਪਇਆ ਕੰਪਨੀ ਨੇ ਆਪਣੇ ਕੋਲੇ ਰੱਖ ਲਿਆ। 500 ਸ਼ੇਅਰਸ ਦਾ 15,000। ਬਟ ਆਪਾਂ ਰੀਇਸ਼ੂ ਕਿੰਨੇ ਕੀਤੇ ਬੱਚੇ, ਧਿਆਨ ਨਾਲ ਦੇਖੀ ਆ, ਮੈਂ ਲਿਖ ਕੇ ਮਿਲਿਆ। ਆਪਾਂ ਰੀਇਸ਼ੂ ਕਿੰਨੇ ਕੀਤੇ, ਆਪਾਂ ਕੀਤੇ 200 ਸ਼ੇਅਰਸ ਰੀਇਸ਼ੂ। ਬਟ ਆਪਾਂ ਨੂੰ 200 ਸ਼ੇਅਰਸ ਦੀ ਕੀਮਤ ਨਹੀਂ ਪਤਾ। ਦੇਖੋ 500 ਸ਼ੇਅਰਸ ਆਪਣੇ ਕੋਲੇ ਪਏ ਆ ਜਿਨ੍ਹਾਂ ਦੀ ਕੀਮਤ 15,000 ਆਪਾਂ ਲਈ ਆ, ਰੱਖ ਲਈ ਆਪਣੇ ਕੋਲੇ। ਬਟ ਉਹਨਾਂ 500 ਦੇ ਵਿੱਚੋਂ 200 ਦੀ ਕਿੰਨੀ ਕੀਮਤ ਹੈ ਇਹ ਨਹੀਂ ਪਤਾ।
सो ये ਆਪਾਂ ਨੂੰ ਕੈਲਕੂਲੇਟ ਕਰਨੀ ਪੈਣੀ ਹੈ, ਇਸ ਚੀਜ਼ ਨੂੰ ਸਮਝੋ। ਮਤਲਬ ਕਹਿਣ ਦਾ ਮਤਲਬ ਹੈ ਜਿਵੇਂ ਕੋਲ 10 ਟੌਫੀਆਂ ਵਾ, ਉਹੀ ਗੱਲ ਹੋ ਗਈ। ਸੋ ਉਹਨਾਂ ਦੀ ਅਮਾਊਂਟ ਜਿਹੜੇ 100 ਰੁਪਇਆ ਤਾਂ ਆਪਣੇ ਇੱਕ ਟੌਫੀ ਉਹ ਚ ਜੇ 5 ਟੌਫੀਆਂ ਦੀ ਕੀਮਤ ਕਿੰਨੀ ਹੋਊ ਆਪਾਂ ਉਹ ਕੱਢਣੀ ਹੈ। ਸੋ ਸੇਮ ਥਿੰਗ 500 ਸ਼ੇਅਰਸ ਫੋਰਫੀਟ ਕੀਤੇ 15000 ਅਮਾਊਂਟ ਆ, 200 ਸ਼ੇਅਰਸ ਰੀਇਸ਼ੂ ਕੀਤੇ ਆਪਾਂ ਨੂੰ ਉਹਨਾਂ ਦੀ ਅਮਾਊਂਟ ਕੱਢਣੀ ਪੈਣੀ। ਇਹ ਆਪਾਂ ਨੂੰ ਵਰਕਿੰਗ ਨੋਟ ਬਣਾਉਣਾ ਹੀ ਪੈਣਾ ਜੇ ਆਪਾਂ ਐਂਟਰੀ ਸਹੀ ਪਾਉਣੀ ਹੈ। ਸੋ ਇਹਨੂੰ ਕੈਲਕੂਲੇਟ ਕਰਨ ਲਈ ਇੱਕੋ ਹੀ ਮੈਥਡ ਰੱਖੋ, ਉਹਨੂੰ x ਮੰਨ ਲਓ। ਸੋ ਜਦੋਂ x ਮੰਨ ਲਿਆ ਤਾਂ ਤੁਸੀਂ ਕ੍ਰਾਸ ਮਲਟੀਪਲਾਈ ਕਰ ਦੋਗੇ। ਮੈਂ ਇੱਥੇ ਲਿਖ ਕੇ ਦਿਖਾ ਦਿੰਦਾ 500 ਸ਼ੇਅਰਸ ਡਿਵਾਈਡਡ ਬਾਈ 200, ਮੈਂ ਉਹਨੂੰ ਇਕੁਅਲਸ ਟੂ 15000 ਡਿਵਾਈਡ ਬਾਈ x। ਸੋ ਜੇ ਅੱਗੇ ਤੁਸੀਂ ਕਰੋਗੇ x ਇੰਟੂ 500 15000 ਮਲਟੀਪਲਾਈ ਬਾਈ 200 ਤੇ x ਇਕੁਅਲਸ ਟੂ 15000 ਇੰਟੂ 200 ਡਿਵਾਈਡ ਬਾਈ 500 ਤੇ ਇਹ ਤੁਹਾਡੀ ਵੈਲਿਊ ਕੈਲਕੂਲੇਟ ਕਰਕੇ ਆ ਜੂਗੀ 6000। ਸੋ ਇਹ ਤੁਹਾਡੀ ਕੀਮਤ ਕਿੰਨੀ ਆ ਜੂਗੀ ਬੱਚੇ 6000। 5 से 15 2 0 इधर ਕੱਟਦੀ ਹੈ। ਸੋ ਇਹ ਤੁਹਾਡੀ ਕੀਮਤ ਆ ਜੂਗੀ 6000। ਕਹਿਣ ਦਾ ਮਤਲਬ ਆ x ਕਿੰਨੀ ਆ ਗਈ 6000। ਕਹਿਣ ਦਾ ਮਤਲਬ ਜਿਹੜੇ ਤੁਸੀਂ ਰੀਇਸ਼ੂ ਕਰ ਰਹੇ ਹੋ ਉਹਨਾਂ ਦੀ ਆਲਰੇਡੀ ਤੁਹਾਡੇ ਕੋਲ ਕੀਮਤ ਕਿੰਨੀ ਪਈ ਆ 6000 ਰੁਪਇਆ। ਤੁਸੀਂ ਉਹਨਾਂ ਤੋਂ ਉਹ ਸ਼ੇਅਰਸ ਤੋਂ ਆਲਰੇਡੀ ਰਿਸੀਵ ਕਰ ਚੁੱਕੇ ਹੋ। ਇਹ ਚੀਜ਼ ਕੱਢਣੀ ਬੜੀ ਇੰਪੋਰਟੈਂਟ ਆ ਰੀਇਸ਼ੂ ਆਫ ਸ਼ੇਅਰਸ ਦੇ ਅੰਦਰ। ਕਲੀਅਰ ਬੱਚੇ। ਸੋ ਨੈਕਸਟ ਹੁਣ ਇਹਦੇ ਅੰਦਰ ਆਪਾਂ ਕੁਐਸਚਨ ਸਟਾਰਟ ਕਰਾਂਗੇ ਕਿ ਰੀਇਸ਼ੂ ਆਫ ਸ਼ੇਅਰਸ ਦੀ ਐਂਟਰੀ ਕਿਵੇਂ ਪਊਗੀ। ਸੋ ਬੱਚੇ ਫਸਟ ਕੇਸ ਦੇ ਅੰਦਰ ਇਫ 200 ਸ਼ੇਅਰਸ ਰੀਇਸ਼ੂਡ ₹80 ਪੇਡ ਅਪ ਫॉर ₹90 ਪਰ ਸ਼ੇਅਰ। ਬੱਚੇ ਅਸਲ ਦੇ ਵਿੱਚ ਪ੍ਰੋਬਲਮ ਕੀ ਆ ਕਿ ਆਪਾਂ ਨੂੰ ਆ ਲਾਈਨ ਦਾ ਮੀਨਿੰਗ ਹੀ ਨਹੀਂ ਪਤਾ ਲੱਗਦਾ। ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਸਮਝਾਉਣਾ। ਆਪਣੀ ਆ ਮੈਂ ਐਂਟਰੀ ਪਾਲੀ ਫੋਰਫੀਟ ਵਾਲੀ ਜੋ ਆਪਾਂ ਪਿੱਛੇ ਕਰਕੇ ਆਏ ਤੇ ਆਪਾਂ ਜੋ ਕੈਲਕੂਲੇਟ ਕਰ ਲਏ 200 ਸ਼ੇਅਰਸ ਦੀ ਫੋਰਫੀਟ ਅਮਾਊਂਟ, ਇਹ ਮੈਂ ਇਦਾਂ ਇਕੱਠੀ ਕਰਕੇ ਲਿਖ ਲਈ ਤਾਂ ਕਿ ਤੁਹਾਨੂੰ ਸਮਝ ਲੱਗ ਜੇ। ਹੁਣ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਸਮਝਾਉਣਾ ਕਿ ਕੰਪਨੀ ਨੇ ਜਿੰਨੇ ਸ਼ੇਅਰਸ ਫੋਰਫੀਟ ਕੀਤੇ ਹੁੰਦੇ ਆ, ਧਿਆਨ ਨਾਲ ਸਮਝੋ, ਜਿੰਨੇ ਸ਼ੇਅਰਸ ਫੋਰਫੀਟ ਕੀਤੇ ਹੁੰਦੇ ਆ ਉਹਨਾਂ ਦੀ ਕਾਲਡ ਅਪ ਵੈਲਿਊ ਕਿੰਨੀ ਆ। ਕਾਲਡ ਅਪ ਵੈਲਿਊ ਉਹ ਆਪਾਂ ਨੂੰ ਪਤਾ ਹੋਣੀ ਬੜੀ ਜ਼ਰੂਰੀ ਹੈ। ਜਿਵੇਂ ਕਿ ਇਸ ਕੁਐਸਚਨ ਦੇ ਅੰਦਰ ਜਿਹੜੀ ਕਾਲਡ ਅਪ ਵੈਲਿਊ ਆ ₹80 ਆ। ਸੈਕਿੰਡ ਕਾਲ ਦੇ ਆਪਾਂ ਜਿਹੜੀ ਸੈਕਿੰਡ ਕਾਲ ਆ ਉਹ ਆਪਾਂ ਮੰਗਵਾਈ ਨਹੀਂ ₹20 ਦੀ। ਸੋ ਜਿਹੜੀ ₹80 ਕੀ ਆ ਉਹ ਕਾਲਡ ਅਪ ਆ, ਜਿਹੜੀ 20 ਹੋ ਗਈ ਉਹ ਕੀ ਹੋਗੀ ਅਨਕਾਲਡ ਅਪ ਹੋਗੀ। ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਆ ਜਿਹੜੇ ₹80 ਬੱਚੇ ਕਾਲਡ ਅਪ ਵੈਲਿਊ ਆ ₹80 ਤੋਂ ਕੰਪਨੀ ਜ਼ਿਆਦਾ ਮੰਗਵਾ ਹੀ ਨਹੀਂ ਸਕਦੀ ਜਦੋਂ ਸ਼ੇਅਰਸ ਨੂੰ ਰੀਇਸ਼ੂ ਕਰਦੀ ਆ। ਇਹ ਗੱਲ ਪੱਲੇ ਬੰਨ ਲਓ। ਕੰਪਨੀ ਜਿਹੜੀ ਕਾਲ ਕਰੂਗੀ ਨਵੇਂ ਸ਼ੇਅਰਸ ਰੀਇਸ਼ੂ ਕਰੂਗੀ, ਜਿੰਨੇ ਵੀ ਫੋਰਫੀਟ ਸ਼ੇਅਰਸ ਹੁੰਦੇ ਨੇ ਕੰਪਨੀ ਕਦੇ ਵੀ ਕਾਲਡ ਅਪ ਵੈਲਿਊ ਤੋਂ ਜ਼ਿਆਦਾ ਨਹੀਂ ਮੰਗਵਾ ਸਕਦੀ। ₹80 ਸੀ ਕੰਪਨੀ ₹90 ਚ ਰੀਇਸ਼ੂ ਕਰ ਹੀ ਨਹੀਂ ਸਕਦੀ। ਇਸ ਚੀਜ਼ ਨੂੰ ਸਮਝੋ। ਕੰਪਨੀ ਇਹ ਜਿਹੜੇ ₹80 ਦੇ ਸ਼ੇਅਰ ਸੀ ₹90 ਚ ਨਹੀਂ ਮੰਗਵਾ ਸਕਦੀ ਕਿਉਂਕਿ ₹20 ਤਾਂ ਹਜੇ ਕੰਪਨੀ ਨੇ ਕਾਲ ਕਰਨੀ ਆ। ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜੇ ਤੁਸੀਂ ਉਹ ਸਮਝ ਗਏ ਤਾਂ ਤੁਹਾਡਾ ਮਾਈਂਡ 'ਚ ਕਨਸੈਪਟ ਕਲੀਅਰ ਹੋ ਜੂ। ਦੇਖੋ ਮੰਨ ਕੇ ਚੱਲੋ ਕੰਪਨੀ ਦੇ 700 ਸ਼ੇਅਰਸ ਕੀ ਸੀ ਟੋਟਲ ਸ਼ੇਅਰ ਸੀਗੇ, ਜਿਹਦੇ ਵਿੱਚੋਂ 200 ਸ਼ੇਅਰਸ ਦੀ ਜਿਹੜੀ ਕੀਮਤ ਸੀਗੀ ਉਹ ਐਪਲੀਕੇਸ਼ਨ, ਧਿਆਨ ਨਾਲ ਸਮਝੋ ਬੱਚੇ, ਅਲਾਟਮੈਂਟ, ਫਸਟ ਕਾਲ, ਸੈਕਿੰਡ ਕਾਲ। ਕੰਪਨੀ ਨੇ ਇਹਦੇ ₹30 ਮੰਗਵਾਏ, ਕੰਪਨੀ ਨੂੰ ਆ ਗਏ। ਕੰਪਨੀ ਨੇ ਇਹਦੇ ਵੀ ਇਨਕਲੂਡਿੰਗ ਪ੍ਰੀਮੀਅਮ ₹30 ਮੰਗਵਾਏ, ਆ ਗਏ। ਕੰਪਨੀ ਨੇ ਇਹਦੇ ਵੀ ₹30 ਮੰਗਵਾਏ, ਆ ਗਏ। ਸੈਕਿੰਡ ਕਾਲ ਤਾਂ ਕੀਤੀ ਹੋਈ ਨਹੀਂ ਹਜੇ, ਇਹ ਤਾਂ ਅਨਕਾਲਡ ਆ। ਇਹ ਤਾਂ ਅਨਕਾਲਡ ਆ। ਇਹਦੇ ਕੰਪਨੀ ਨੂੰ ਪੈਸੇ ਆ ਗਏ, ਉਹਨੇ ਐਪਲੀਕੇਸ਼ਨ ਮੰਗਵਾਈ ਆ 200 ਸ਼ੇਅਰਸ ਦੀ। ਇਹ ਮੈਂ ਐਗਜ਼ਾਮਪਲ ਦੇ ਰਿਹਾ, ਕੁਛ ਨਹੀਂ, ਇਸ ਕੁਐਸਚਨ ਤੋਂ ਇਲਾਵਾ ਚੱਲ ਰਹੇ ਆਪਾਂ, ਮਤਲਬ ਇਹਦਾ ਹੀ ਪਾਰਟ ਹੈ। ਮੰਨ ਲਓ ਕੰਪਨੀ ਦੇ ਜਿਹੜੇ ਸ਼ੇਅਰ ਸੀ 700 ਟੋਟਲ ਸੀ, ਜਿਹਦੇ ਵਿੱਚੋਂ 200 ਸ਼ੇਅਰਸ ਦੀ ਐਪਲੀਕੇਸ਼ਨ ਅਮਾਊਂਟ ਵੀ ਆ ਗਈ, ਅਲਾਟਮੈਂਟ ਵੀ ਆ ਗਈ ਤੇ ਫਸਟ ਕਾਲ ਵੀ ਆ ਗਈ। ਸੈਕਿੰਡ ਕਾਲ ਤਾਂ ਹਜੇ ਆਪਾਂ ਕਾਲ ਹੀ ਨਹੀਂ ਕੀਤੀ ਨਾ। ਔਰ ਇਸੇ ਕੁਐਸਚਨ ਦੇ ਅਕੋਰਡਿੰਗ ਮੈਂ ਚੱਲ ਰਿਹਾ ਕਿ 500 ਸ਼ੇਅਰਸ ਜਿਹੜਾ ਕਿ ਫੇਲ ਹੋ ਗਿਆ ਪਰਸਨ ਹੈ ਨਾ, ਉਹਨੇ ਸਿਰਫ ਐਪਲੀਕੇਸ਼ਨ ਦਿੱਤੀ, ਅਲਾਟਮੈਂਟ ਮੰਗਵਾਈ ਸੀ ਉਹਨੇ ਨਹੀਂ ਦਿੱਤੀ, ਫਸਟ ਕਾਲ ਮੰਗਵਾਈ ਸੀ ਉਹਨੇ ਨਹੀਂ ਦਿੱਤੀ, ਸੈਕਿੰਡ ਕਾਲ ਤਾਂ ਇਹ ਵੀ ਨਹੀਂ ਪਹੁੰਚਿਆ ਹੈ ਨਾ। ਆਪਾਂ ਇੱਥੇ ਫੋਰਫੀਟ ਕਰ ਲਏ। ਇਸ ਚੀਜ਼ ਨੂੰ ਸਮਝੋ ਕਿ ਕੰਪਨੀ ਕੀ ਕਰ ਰਹੀ ਆ, ਕੰਪਨੀ ਇੱਥੇ ਤੱਕ ਦੇ ਪੈਸੇ ਮੰਗਵਾ ਸਕਦੀ ਆ ਰੀਇਸ਼ੂ ਦੇ ਵਿੱਚ। ਬਸ ਜੇ ਤੁਸੀਂ ਇਹ ਚੀਜ਼ ਸਮਝ ਗਏ ਨਾ, ਤੁਹਾਡੇ ਕੁਐਸਚਨ ਈਜ਼ੀਲੀ ਸੋਲਵ ਹੋ ਜਾਣਗੇ।
ਕੰਪਨੀ ਇੱਥੇ ਤੱਕ ਦੇ ਪੈਸੇ ਮੰਗਵਾ ਸਕਦੀ ਹੈ, ਇਹਦੀ ਤਾਂ ਕਾਲ ਹੀ ਵੀ ਨਹੀਂ ਕਰ ਸਕਦੀ। ਉਹ 100 ਰੁਪਏ ਦੇ ਸ਼ੇਅਰਸ ਇਸ਼ੂ ਹੀ ਨਹੀਂ ਕਰ ਸਕਦੀ, ਕਿਉਂਕਿ 80 ਰੁਪਏ ਦੀ ਤਾਂ ਕਾਲਡ ਅਪ ਹੋਈ ਸੀਗੀ, ਤਾਂ 80 ਰੁਪਏ ਤੱਕ ਮੰਗਵਾ ਸਕਦੀ ਹੈ। ਮੇਰੀ ਗੱਲ ਧਿਆਨ ਨਾਲ ਸਮਝੇ ਕਿ ਜੇ ਸ਼ੇਅਰਸ ਤੁਹਾਡੇ 80 ਰੁਪਏ ਦੀ ਹੀ ਕਾਲ ਅਪ ਹੋਈ ਆ ਤਾਂ ਉਹ 90 ਦੀ ਕਾਲਡ ਹੋ ਹੀ ਨਹੀਂ ਸਕਦੀ। ਕੰਪਨੀ ਕਹਿ ਨਹੀਂ ਸਕਦੀ ਮੈਂ ਆਪਣੇ ਸ਼ੇਅਰਸ 90 ਦੇ ਰੀਇਸ਼ੂ ਕਰੂੰਗੀ। ਹਾਂ, ਜੇ 100 ਰੁਪਏ ਦੇ ਸ਼ੇਅਰਸ ਫੋਰਫੀਟ ਇੱਥੇ ਜਾ ਕੇ ਹੋਏ ਹੁੰਦੇ ਤਾਂ ਕੰਪਨੀ 100 ਰੁਪਏ ਦੇ ਵਿੱਚ ਰੀਇਸ਼ੂ ਕਰ ਸਕਦੀ। ਹੁਣ ਹੋਈ 80 ਚ ਤਾਂ ਵੱਧ ਤੋਂ ਵੱਧ ਕੰਪਨੀ 80 ਰੁਪਏ ਚ ਰੀਇਸ਼ੂ ਕਰ ਸਕਦੀ ਆ, 100 ਰੁਪਏ ਚ ਨਹੀਂ ਕਰ ਸਕਦੀ, ਨਾ ਹੀ 90 ਚ। ਸੋ ਇਸ ਕਰਕੇ ਇਹ ਕੁਐਸਚਨ ਦਾ ਇਹੀ ਮੀਨਿੰਗ ਹੁੰਦਾ ਜੋ ਆਪਾਂ ਹੁਣ ਫਸਟ ਕੇਸ ਕਰ ਰਹੇ ਹਾਂ। ਜੇ ਤੁਹਾਨੂੰ ਆਹ ਐਗਜ਼ਾਮਪਲ ਸਮਝ ਲੱਗ ਗਈ ਕਿ ਰੀਇਸ਼ੂ ਕੰਪਨੀ ਸਿਰਫ ਕਾਲਡ ਅਪ ਅਮਾਊਂਟ ਤੱਕ ਕਰ ਸਕਦੀ ਹੈ, ਤੁਹਾਡਾ ਕੁਐਸਚਨ ਈਜ਼ੀਲੀ ਕੀ ਆ ਸੋਲਵ ਹੋ ਜਾਊਗਾ। ਦੇਖੋ ਹੁਣ ਆਪਾਂ ਕੁਐਸਚਨ ਤੇ ਆਉਂਦੇ ਹਾਂ। ਇਫ 200 ਸ਼ੇਅਰਸ ਰੀਇਸ਼ੂ ਐਜ਼ ₹80 ਪੇਡ ਫॉर ₹90 ਪਰ ਸ਼ੇਅਰ। ਕਹਿੰਦਾ ਸ਼ੇਅਰਸ ਕੀ ਸੀਗੇ ਕੰਪਨੀ ਦੇ 80 ਰੁਪਏ ਸੀਗੇ ਤੇ 80 ਰੁਪਏ ਦੀ ਪੇਡ ਅਪ ਹੋਣੀ ਚਾਹੀਦੀ ਸੀ, ਉਹ 90 ਦੀ ਹੋਊਗੀ। ਧਿਆਨ ਨਾਲ ਗੱਲ ਸਮਝੋ। ਕੇਸ 1 90 ਦੀ ਹੋਗੀ ਔਰ ਆਪਾਂ ਨੂੰ ਪੈਸੇ ਕਿੰਨੇ ਆ ਗਏ, ਆਪਾਂ ਨੂੰ ਪੈਸੇ ਕਿੰਨੇ ਆ ਗਏ, ਧਿਆਨ ਨਾਲ ਇੱਥੇ ਸਮਝੋ। ਬੈਂਕ ਦੇ ਵਿੱਚ ਕਿੰਨੇ ਪੈਸੇ ਆਉਣਗੇ ਬੱਚੇ, बैंक अकाउंट डेबिट टू इक्विटी शेयर कैपिटल। और देखो 80 रुपए का शेयर सी 90 रुपए च आ गया, दैट मीन्स 10 रुपए की हो गया प्रीमियम हो गया। सो टू सिक्योरिटी प्रीमियम। सो किन्ने शेयर इशू किए 200, 200 इंटू 80, 200 इंटू बच्चे 10। So 8 to 16, 16,000 and 2,000। और इतने बैंक थोड़े को किन्ने रुपये आ गए 18,000 रुपया आ गया। सिंपल रीइशू दी एक जनरल एंट्री। जदों फॉरफिट दी गल हो जाए फिर और वो भी एट प्रीमियम ते सब तो सौखा हुंदा बच्चे। अरदास करो कि थोनों क्वेश्चन दे विच एट प्रीमियम ते ही रीइशू होए होण शेयर्स, क्योंकि सब तो ईजी हुंदा है। बैंक अकाउंट च पाओ जिन्ने पैसे थोनों आ गए, देखो सिक्योरिटी प्रीमियम किन्ने रुपए का अलग पा दो, शेयर कैपिटल किन्ने दी कॉल्ड अप है उस हिसाब नाल इत्थे पाते 16,000। हुण इहदे विच दो एंट्रियां पैंदियां रीइशू दे विच हमेशा, एक तां इह जो आपां नूं पैसे आए, दूसरी की बच्चे जिहड़े अपने फॉरफिट अमाउंट आ उहनूं कैपिटल दे विच ट्रांसफर कर दे। वो आपां पहलां ही कैलकुलेट कर चुके हैं। आ 6,000 रुपया कि 200 शेयर्स दा असीं फॉरफिट अमाउंट साडे कोल किन्नी आ 6,000 रुपया। बस चुप करके सिंपल जी एंट्री फॉरफिट नु शेयर्स लिख लो, फॉरफिट शेयर्स अकाउंट डेबिट टू कैपिटल रिजर्व। हुण कैपिटल रिजर्व आ बच्चे सारा नहीं पाउणा। 500 शेयर्स तो उन्हें गल ही नहीं की, थोड़े नाल गल किन्ने दी कर रहे रीइशू दी 200 शेयर्स। सो 200 शेयर्स का कितना 6,000 रुपया। बस खत्म कहानी। एक ही हो गया रीइशू दे दो एंट्रियां जदों कि आपां रीइशू करदे आ एट प्रीमियम दे उपर। क्लीयर। हुण नैक्सट आपां करांगे एट पार दे उपर। हाँ जी, हुण सैकेंड केस देखो की है बच्चे। सेकेंड केस दे अंदर की है, इफ 200 रीइशू शेयर्स एज ₹80 कॉल्ड अप। कहना भी अपनी कॉल जी 80 रुपए मैं थोड़ा हुणी समझा के हटिया, क्योंकि सैकेंड कॉल आप मंगवाई नहीं तो आप 80 रुपए ही रीइशू करते। सो सब तो सिंपल कि अपना रीइशू ऑफ शेयर्स एट पार, रीइशू ऑफ शेयर्स। सो किन्ने दे आए आपां नूं बैंक अकाउंट दे विच पैसा आया बच्चे। सिंपल जी एंट्री है टू इक्विटी शेयर कैपिटल। दो ही एंट्रियां पैणियां इहदियां भी। देखो बैंक अकाउंट च कितना पैसा आया 200 शेयर दा 80 रुपए के हिसाब नाल 80 दे सीगे जी, 80 दे आ गए। सो सानूं तां 16,000 रुपया आ गया और सानूं तां ना तां प्रीमियम है ना ही साडे फॉरफिट और डिस्काउंट आ। सो सिंपल जी एंट्री इक्विटी शेयर कैपिटल सानूं 16,000 दी आ गई। मैं तुहानूं इत्थे होर थोड़ा जिहा एक्सप्लेन कर दिंदा। देखो अपनी एप्लीकेशन अमाउंट, अलॉटमेंट ते फर्स्ट कॉल, जे तुसीं ध्यान नाल देखो तां 80 रुपए तक बनदे सी, आपां 80 रुपए मंगवा लए। ਇਹਨੂੰ ਕਾਲਡ ਅਪ ਕਹਿੰਦੇ ਆ। ਜਿਹੜੇ 20 ਰੁਪਏ ਨਹੀਂ ਆਏ ਉਹ ਆਪਾਂ ਜਦੋਂ ਬਾਕੀਆਂ ਦੇ ਮੰਗਵਾਵਾਂਗੇ, ਜਿਹੜੇ ਕੰਪਨੀ ਦੇ ਬਾਕੀ ਸ਼ੇਅਰ ਸੀ, ਉਦੋਂ ਆਪਾਂ ਇਹ ਵੀ ਮੰਗਵਾ ਲਾਂਗੇ ਸੈਕਿੰਡ ਕਾਲ ਦੇ।
क्लीयर बच्चे। सो कंपनी इत्थे तक ही मंगवा सकती है। सो सैकेंड एंट्री, ये फर्स्ट एंट्री होगी। सैकेंड एंट्री सब तो सिंपल, फॉरफिट ऑफ शेयर्स। किन्ने शेयर्स दी थोड़े रीइशू होया 200 शेयर्स, ਉਹਦੀ ਫੋਰਫਿਟ ਅਮਾਉਂਟ ਕੀ ਆ ਬਸ ਉਹ ਕੱਢਣੀ ਆਉਣੀ ਚਾਹੀਦੀ ਆ। ਤੇ ਫਿਰ ਉਹੀ ਐਂਟਰੀ ਫੋਰਫਿਟ ਸ਼ੇਅਰਸ ਅਕਾਊਂਟ ਡੈਬਿਟ ਟੂ कैपिटल रिजर्व। किन्ना बच्चे 6000 रुपये। लो जी, ये तो हो गया अपना सैकेंड केस, सौखा जिहा। हुण आपां करदे हां थर्ड केस। हाँ जी बच्चे, थर्ड केस पढ़ो। इफ 200 ऑफ दीज शेयर रीइशूड एज ₹80 पेड अप फॉर ₹70। कहना 80 रुपये उन्होंने पेडअप कीमत सी, बट आपां किन्ने दे रीइशू कीते 70 दे। दैट मीनस ये डिस्काउंट ते होगी, ये समझण लई डिस्काउंट ते होगी। क्लीयर। सो आपां पहली एंट्री पाउने। फर्स्ट एंट्री की हुंदी है बैंक अकाउंट डेबिट रीइशू दी। बैंक अकाउंट डेबिट, सो आपां नूं पैसे आउणगे टू कित्थे आउणगे टू इक्विटी शेयर कैपिटल चों। देखो अपनी जिहड़ी कैपिटल दी अमाउंट आ वो किन्नी सी 200 शेयर्स दी 80 रुपए सी। सो आपां नूं तां 16000 रुपया जी आउणा चाहीदा सी, बट आपां नूं आया किन्ना बच्चे इस चीज नूं समझो। आपां नूं आया किन्ना 70 रुपए। 70 रुपए आए 200 शेयर्स दे, 14000 रुपया आया, 2000 नहीं आया। हुण ध्यान नाल मेरी गल समझो, जे आपां कहीए भी सानूं 2000 रुपया नहीं आया ते साडा तां लॉस हो गया बई, साडी शेयर कैपिटल चों सानूं बई घाटा पै गया। ਤਾਂ ਬੱਚੇ ਇਹ ਘਾਟਾ ਕਵਰ ਕਿੱਥੋਂ ਕਰਾਂਗੇ? ਆ ਦੇਖੋ ਜਿਹੜੇ 200 ਸ਼ੇਅਰਸ ਦੀ ਆਪਾਂ ਆਲਰੇਡੀ 6000 ਰੁਪਇਆ ਦੱਬੀ ਬੈਠੇ ਆ। ਫੋਰਫਿਟ ਆਪਾਂ ਆਲਰੇਡੀ ਪਿੱਛੇ ਕੈਲਕੂਲੇਟ ਕਰਕੇ ਆਏ, ਉਹੀ ਕੰਟੀਨਿਊ ਕਰ ਰਿਹਾ ਮੈਂ। 200 ਸ਼ੇਅਰਸ ਦਾ ਆਪਾਂ 6000 ਰੁਪਇਆ ਮਤਲਬ ਦੱਬੀ ਬੈਠੇ ਆ, ਤੇ ਆਪਾਂ ਕਹਿ ਰਹੇ ਕਿ ਇੱਥੇ ਸਾਨੂੰ ਡਿਸਕਾਊਂਟ ਦੇਣਾ ਪੈ ਗਿਆ ਕਿਉਂਕਿ ਸਾਨੂੰ ਸ਼ੇਅਰਸ ਰੀਇਸ਼ੂ ਹੈ। ਡਿਸਕਾਊਂਟ ਨੂੰ ਬੱਚੇ ਮੈਂ ਇੱਥੇ ਬ੍ਰੈਕਟ 'ਚ ਲਿਖ ਦਿੰਦਾ ਡਿਸਕਾਊਂਟ, ਬਟ ਤੁਸੀਂ ਉੱਥੇ ਡਿਸਕਾਊਂਟ ਨਹੀਂ ਲਿਖਣਾ, ਇੱਥੇ ਲਿਖਣਾ ਫੋਰਫਿਟ ਸ਼ੇਅਰਸ, क्योंकि आप जी अमाउंट आ कवर कितों करनी है फोरफिट तो कवर करनी है। आ 6000 आप 2000 रुपया कवर कर लेना। बस इन्नी गल समझ लो कि इतने डिस्काउंट की बजाय आप फोरफिट ऑफ शेयर्स लिख लेना। क्लीयर बच्चे। ये तो सी पहली और सिंपल एंट्री कि सानू बैंक खाते जिन्ने पैसे 80 रुपये आने चाहिए 70 रुपये आए, और इक्विटी शेयर कैपिटल साढ़े 80 रुपये की सी। सो सैकेंड एंट्री की होगी, ये बड़ी इंपोर्टेंट है बच्चे, इतने कन्फ्यूज होंगे। सैकेंड एंट्री कैपिटल रिजर्व दी। देखो आप हजे तक की करते हैं फॉरफिट शेयर्स टू कैपिटल रिजर्व। कहने का मतलब यह सीगा कि जिन्ने साडे पैसे पए हुंदे सी 6000 रुपया असीं इत्थे ट्रांसफर कर दिंदे सी, बट हुण तां साडा 6000 रुपया ही नहीं, असीं 6000 2000 जिहड़ा सानूं इत्थे कवर डिस्काउंट दित्ता वो असीं इत्थों कवर करांगे। क्लीयर बच्चे। और जिहड़ा 2000 रुपया असीं इत्थों कवर करांगे। आ 200 शेयर्स दे जिहड़े साडे कोल ऑलरेडी 6000 रुपया पिया, असीं कहांगे असीं शेयर कैपिटल इत्थे ट्रांसफर कर लांगे। जे 6000 दे विचों आ जिहड़ी 2000 दी शेयर्स अपनी फोरफिटेड अमाउंट इत्थे लिख लो, फोरफिट अमाउंट ऑफ 200 शेयर्स। ठीक है जी। ਇਹਦੇ ਵਿੱਚੋਂ ਆਪਾਂ ਆਹ ਵਾਲੀ ਫੋਰਫਿਟ ਵਾਲੀ 2000 ਇੱਥੇ ਮਾਈਨਸ ਕਰ ਦੇਣਾ, ਜਿਹੜਾ ਕਿ ਆਪਣਾ ਡਿਸਕਾਊਂਟ ਆ। ਆਪਾਂ ਕੀ ਕਰ ਦੇਣਾ ਲੈਸ ਕਰ ਦੇਣਾ, ਜਿਹੜੇ ਪੈਸੇ ਆ ਗਏ ਉਹ ਚੁੱਪ ਕਰਕੇ ਇੱਥੇ ਪਾ ਦੇਣੇ। ਸਭ ਤੋਂ ਸੌਖਾ ਤਰੀਕਾ ਲਓ ਜੀ। ਔਰ ਆਪਣਾ ਰੀਇਸ਼ੂ ਆਫ ਸ਼ੇਅਰਸ ਐਟ ਡਿਸਕਾਊਂਟ ਤੇ ਵੀ ਕੰਪਲੀਟ ਹੋ ਗਿਆ। ਸੋ ਬੱਚੋ ਇਹ ਰੀਇਸ਼ੂ ਆਫ ਸ਼ੇਅਰਸ ਦਾ ਟੌਪਿਕ ਸੀਗਾ। ਥੈਂਕ ਯੂ ਸੋ ਮਚ, ਗॉड ब्लैस यू ऑल। फिर भी जे कोई तुहानू प्रॉब्लम लगी तो आप एक दो क्वेश्चंस नू होर वीडियोस बना के तुहानू समझाउण दी कोशिश करांगे। थैंक यू, गॉड ब्लैस यू ऑल बच्चे, थैंक्स।